10 ਜੂਨ ਨੂੰ ਫਿਲਮ ਆ ਰਹੀ ਹੈ ਰੰਜ। ਇੱਥੇ ਅਸੀਂ ਬਹੁਤ ਹੱਸ ਰਹੇ ਹਾਂ ਪਰ ਬਹੁਤ ਹੀ ਸੰਜੀਦਾ ਵਿਸ਼ੇ ਦੇ ਉੱਤੇ ਫਿਲਮ ਬਣੀ ਹੋਈ ਹੈ। ਟ੍ਰੇਲਰ ਜਦੋਂ ਦੇਖਿਆ ਹੈ ਨਾ ਸੋ ਉਸ ਦੇ ਵਿੱਚ ਇਹ ਲੱਗ ਰਿਹਾ ਸੀ ਮੈਨੂੰ ਕਿ ਸ਼ਾਇਦ ਇਹ ਮੇਰੀ ਕਹਾਣੀ ਪਹਿਲਾਂ ਹੋਇਆ ਕਰਦਾ ਸੀ। ਪਿੰਡਾਂ ਦੇ ਵਿੱਚ ਹੱਟੀਆਂ ਚਲਾ ਕੇ ਕੰਮ ਚੱਲ ਜਾਂਦਾ ਸੀ ਪਰ ਅੱਜ ਕੱਲ੍ਹ ਨੌਕਰੀਆਂ ਦੇਖਣੀਆਂ ਪੈਂਦੀਆਂ, ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਔਰ ਉਹ ਹਰ ਬੰਦੇ ਦੀ ਕਹਾਣੀ। ਪੰਜਾਬ ਦੇ ਹਾਲਾਤ ਇਸ ਟਾਈਮ ਤੇ ਥੋੜ੍ਹੇ ਜਿਹੇ ਹੈਗੇ ਨੇ ਖਰਾਬ। ਐਜੂਕੇਸ਼ਨ ਕੁਛ ਏਰੀਆ 'ਚ ਘੱਟ ਹੈਗੀ, ਅਨਇੰਪਲੋਇਮੈਂਟ ਵੱਧ ਰਹੀ ਹੈ। ਮੈਂ ਨਹੀਂ ਜਾਣਾ ਦਿੱਲੀ ਸਮਝ ਨਹੀਂ ਉਹਦਾ ਨਸ਼ਾ ਕਰਕੇ ਆਇਆ। ਸੋ ਤੁਹਾਡਾ ਇਸ ਫਿਲਮ ਨੂੰ ਸ਼ੂਟ ਕਰਦੇ ਸਮੇਂ ਕੁਝ ਮਜ਼ੇਦਾਰ ਕਿੱਸਾ ਵੀ ਰਿਹਾ, ਕੁਝ ਫਨ ਵੀ ਰਿਹਾ ਜਾਂ ਸੀਰੀਅਸ ਹੀ ਚੱਲ ਰਿਹਾ ਸੀ ਸਭ? ਨਹੀਂ ਜੀ, ਵਿਆਹ ਦੇ ਬਾਅਦ ਹੋਣਗੇ ਭਾਈ। ਇੱਕ ਟਾਈਮ ਆਇਆ ਤੇ ਮੈਂ ਆਇਆ ਸੈੱਟ ਤੇ ਸਾਰੇ ਖੜੇ ਖੜੇ ਸੁੱਤੇ। ਅੱਛਾ, ਖੜੇ ਖੜੇ ਸੁੱਤੇ? ਹਾਂ ਮਤਲਬ ਮੈਂ ਪਹੁੰਚਿਆ। ਇੱਧਰ ਐਕਸਪ੍ਰੈਸ਼ਨ ਦਿਖਾਓ ਜਰਾ। ਮੈਨੂੰ ਲੱਗਦਾ ਖੜੇ ਜਿਹੜੇ ਸੁੱਤੇ ਸੀ ਉਹਨਾਂ 'ਚ ਇੱਕ ਇਹ ਵੀ ਸੀ। I was the shooting na. I was the only one shooting. ਕੋਈ ਲੋਕ ਜਿਵੇਂ ਲਾਈਕ ਨਾਲ ਜਿਹੜੇ ਪ੍ਰੋਡਕਸ਼ਨ ਵਾਲੇ ਖੜੇ ਖੜੇ ਵੇਟ ਕਰਦੇ ਕਰਦੇ ਖੜੇ ਖੜੇ ਸੁੱਤੇ ਪਏ ਆ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਮੇਰੇ ਨਾਲ ਬੜੀ ਖੂਬਸੂਰਤ ਇੱਥੇ ਇੱਕ ਜੋੜੀ ਬੈਠੀ ਹੈ, ਆਦੇਸ਼ ਸਿੱਧੂ ਜੀ। ਜੀ ਸਤਿ ਸ਼੍ਰੀ ਅਕਾਲ। ਸੋ ਏਕਤਾ ਸੋਢੀ ਜੀ। ਮੈਂ ਇਹਨਾਂ ਨੂੰ ਵੀ ਸਿੱਧੂ ਕਹਿਣ ਲੱਗਿਆ ਸੀ, ਜੋੜੀ ਤਾਂ ਕਹਿ ਹੀ ਦਿੱਤਾ ਸੀਗਾ ਬਟ ਡੋਂਟ ਮਾਈਂਡ, ਆਈ ਐਮ ਜਸਟ ਕਿਡਿੰਗ। ਔਰ 10 ਜੂਨ ਨੂੰ ਫਿਲਮ ਆ ਰਹੀ ਹੈ ਰੰਜ। ਇੱਥੇ ਅਸੀਂ ਬਹੁਤ ਹੱਸ ਰਹੇ ਹਾਂ ਪਰ ਬਹੁਤ ਹੀ ਸੰਜੀਦਾ ਵਿਸ਼ੇ ਦੇ ਉੱਤੇ ਫਿਲਮ ਬਣੀ ਹੋਈ ਹੈ। ਸੋ ਉਸ ਦੇ ਬਾਰੇ ਵੀ ਗੱਲ ਕਰਾਂਗੇ ਬਟ ਫਿਲਮ ਦੇ ਉੱਤੇ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀ ਭਾਜੀ ਔਰ ਉਸ ਦੇ ਵਿੱਚ ਮੈਂ ਇਹ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਤੁਸੀਂ ਬੜੇ ਸੀਰੀਅਸ ਲੱਗ ਰਹੇ ਸੀ ਮੈਨੂੰ, ਕਿਉਂਕਿ ਕਨਸੈਪਟ ਸੀਰੀਅਸ ਹੈ ਬਟ ਮੈਂ ਇੱਦਾਂ ਜਦੋਂ ਮਿਲਿਆ ਭਾਜੀ ਬੜੇ ਜੋਲੀ ਨੇਚਰ ਵਾਲੇ ਨੇ, ਹੈ ਨਾ। ਔਰ ਮੈਮ ਦੀ ਮੈਂ ਗੱਲ ਕਰਾਂ ਸੋ ਮੈਮ ਯੂ ਆਰ ਲੁਕਿੰਗ ਬਹੁਤ ਹੀ ਵਧੀਆ ਲੱਗ ਰਹੇ ਹੋ, ਬਿਊਟੀਫੁਲ ਲੱਗ ਰਹੇ ਹੋ। ਔਰ ਮੈਂ ਨਾ ਇੱਕ ਉਹ ਚੀਜ਼ ਆ ਰਹੀ ਸੀ ਮਨ 'ਚ, ਮੈਂ ਕਹਿ ਹੀ ਦਿੰਦਾ ਵੈਂਪ ਲੁੱਕ ਦੇ ਵਿੱਚ ਲੱਗ ਰਹੇ ਹੋ। Oh, that's nice. But casting of now, it goes to Sunit sir. Why he casted me for that? ਅੱਜ ਵੈਂਪ ਲੁੱਕ ਦੇ ਵਿੱਚ ਆਏ ਨੇ ਮੈਮ, ਸੋ ਬਹੁਤ ਵਧੀਆ। ਔਰ ਟ੍ਰੇਲਰ ਜਦੋਂ ਦੇਖਿਆ ਹੈ ਨਾ ਸੋ ਉਸ ਦੇ ਵਿੱਚ ਇਹ ਲੱਗ ਰਿਹਾ ਸੀ ਮੈਨੂੰ ਕਿ ਸ਼ਾਇਦ ਇਹ ਮੇਰੀ ਕਹਾਣੀ ਹੈ। ਸੋ ਕਿਉਂਕਿ ਅਸੀਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਅਸੀਂ ਦੇਖੀਏ ਸੋ ਕੰਮਕਾਰ ਉਨੇ ਰਹੇ ਨਹੀਂ ਹੈ। ਹਾਂਜੀ। ਉਹ ਪਹਿਲਾਂ ਹੋਇਆ ਕਰਦਾ ਸੀ ਪਿੰਡਾਂ ਦੇ ਵਿੱਚ ਹੱਟੀਆਂ ਚਲਾ ਕੇ ਕੰਮ ਚੱਲ ਜਾਂਦਾ ਸੀ ਪਰ ਅੱਜ ਕੱਲ੍ਹ ਨੌਕਰੀਆਂ ਦੇਖਣੀਆਂ ਪੈਂਦੀਆਂ, ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਔਰ ਉਹ ਹਰ ਬੰਦੇ ਦੀ ਕਹਾਣੀ ਹੈ। ਉਹ ਹੈਗੀ ਹੈ ਜੀ, ਹੈ ਨਾ। ਔਰ ਉਸ ਚੀਜ਼ ਨੂੰ ਤੁਸੀਂ ਇਸ ਦੇ ਵਿੱਚ ਪੇਸ਼ ਕੀਤਾ। ਹਾਂਜੀ। ਫॉर ਅਸ ਇਟ ਵਾਸ ਕਿ ਇਹ ਐਕਚੁਅਲੀ ਪੰਜਾਬ ਵਿੱਚ ਹੋ ਰਿਹਾ ਹੈ, ਨਾਟ ਜਸਟ ਪੰਜਾਬ, ਇਹ ਮਤਲਬ ਇੰਡੀਆ 'ਚ ਹੋ ਰਿਹਾ, ਹਰ ਥਾਂ 'ਤੇ ਹੁੰਦਾ। ਤੁਸੀਂ ਮਤਲਬ ਪੰਜਾਬ, ਵਾਈ ਵੀ ਆਰ ਟਾਕਿੰਗ ਅਬਾਊਟ ਪੰਜਾਬ ਇਜ਼ ਬਿਕੋਜ਼ ਪੰਜਾਬ ਦੇ ਹਾਲਾਤ ਇਸ ਟਾਈਮ ਤੇ ਥੋੜ੍ਹੇ ਜਿਹੇ ਹੈਗੇ ਨੇ ਖਰਾਬ। ਐਜੂਕੇਸ਼ਨ ਕੁਛ ਏਰੀਆ 'ਚ ਘੱਟ ਹੈਗੀ, ਅਨਇੰਪਲੋਇਮੈਂਟ ਵੱਧ ਰਹੀ ਹੈ। ਮੈਂ ਜੀ ਆਈ ਹੈਵ ਬੀਨ ਥਰੂ ਸੋ ਮੈਨੀ ਲਾਈਕ ਆਰਟੀਕਲਸ ਅਨਇੰਪਲੋਇਮੈਂਟ ਉੱਤੇ ਜਨਰਲੀ ਮੈਂ ਪੜ੍ਹੇ ਸਾਰੇ। ਇੱਕ ਚੈਨਲ ਨਹੀਂ ਗੱਲ ਕਰ ਰਿਹਾ, ਲੋਟ ਆਫ ਪੀਪਲ ਆਰ ਟਾਕਿੰਗ ਅਬਾਊਟ ਇਟ, ਠੀਕ ਹੈ। ਐਨੀਵੇ ਸੋ ਦੈਟ ਇਜ਼ ਦ ਬੈਕਡ੍ਰੌਪ ਕਿ ਜੀ ਪੰਜਾਬ ਦਾ ਮੁੰਡਾ, ਉਹਦੇ ਪੇਰੈਂਟਸ ਘਰੇ ਇੱਥੇ ਤਾਂ ਕੁਝ ਕਰਨ ਨੂੰ ਹੈ ਨਹੀਂ ਤੇ ਤੂੰ ਐਂ ਕਰ, ਤੂੰ ਬਾਹਰ ਜਾ ਕੇ ਕੰਮ ਕਰ ਲੈ। ਪਰ ਸੋ ਦਿਸ ਫਿਲਮ ਟਾਕਸ ਅਬਾਊਟ ਮਾਈਗ੍ਰੇਸ਼ਨ ਆਲਸੋ ਕਿ ਜੀ ਇੱਕ ਤਾਂ ਹੋ ਗਈ ਤੁਸੀਂ ਤੁਹਾਡੀ ਚੋਇਸ ਕਿ ਤੁਸੀਂ ਬਾਹਰ ਜਾਣਾ ਹੈ ਕੰਮ ਕਰਨ ਵਾਸਤੇ, ਚਲੋ ਠੀਕ ਹੈ। ਪਰ ਜੇ ਤੁਹਾਡੇ ਕੋਲ ਚੋਇਸ ਹੈ ਹੀ ਨਾ ਤੇ ਤੁਹਾਨੂੰ ਧੱਕੇ ਨਾਲ ਬਾਹਰ ਜਾਣਾ ਪੈ ਰਿਹਾ। ਇੱਕ ਤਾਂ ਮਤਲਬ ਤੁਹਾਡੇ ਕੋਲ ਘਰੇ ਕੰਮ ਕਰਨ ਦੀ ਚੋਇਸ ਹੀ ਹੈ ਨਹੀਂ, ਆਪਦੇ ਏਰੀਆ 'ਚ ਕੰਮ ਕਰਨ ਦੀ ਚੋਇਸ ਹੀ ਹੈ ਨਹੀਂ, ਉਹ ਓਪਰਚੁਨਿਟੀ ਹੈ ਨਹੀਂ ਜੀ। ਸੋ ਵੀ ਟਾਕ ਅਬਾਊਟ ਦੈਟ ਆਲਸੋ ਜੀ ਕਿ ਓਪਰਚੁਨਿਟੀ ਘੱਟ ਹੈਗੀ ਹੈ, ਮਤਲਬ ਬੈਕਡ੍ਰੌਪ ਉਹ ਹੈਗਾ ਵੀ ਚੋਇਸ ਵਾਈਜ਼ ਨਹੀਂ ਜਾ ਰਹੇ ਤੁਸੀਂ, ਚੋਇਸ ਦੇ ਨਾਲ ਨਹੀਂ ਜਾ ਰਹੇ। ਇੱਥੇ ਗੱਲ ਇਹ ਹੋ ਰਹੀ ਹੈ ਕਿ ਤੁਹਾਨੂੰ ਮਜਬੂਰਨ ਜਾਣਾ ਪੈ ਰਿਹਾ। ਔਰ ਇੱਥੇ ਜਿਹੜੀ ਅਸੀਂ ਬਾਹਰ ਦੀ ਗੱਲ ਕਰ ਰਹੇ ਹਾਂ, ਇਹ ਬਾਹਰ ਦੀ ਅਸੀਂ ਵਿਦੇਸ਼ ਜਾਣ ਦੀ ਗੱਲ ਨਹੀਂ ਕਰ ਰਹੇ, ਇਹ ਗੱਲ ਕਰ ਰਹੇ ਹਾਂ ਜਿੱਥੇ ਪਿੰਡਾਂ ਦੇ ਵਿੱਚੋਂ ਲੋਕੀ ਸ਼ਹਿਰਾਂ ਦੇ ਵਿੱਚ ਆਉਂਦੇ ਨੇ। ਜਿਵੇਂ ਬਹੁਤ ਸਾਰੇ ਪਿੰਡਾਂ ਤੋਂ ਚੰਡੀਗੜ੍ਹ ਆ ਜਾਂਦੇ ਨੇ, ਦਿੱਲੀ ਜਾਂਦੇ ਨੇ, ਬੰਬੇ ਜਾਂਦੇ ਨੇ, ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਲੋਕੀ ਜਾ ਕੇ ਕੰਮ ਕਰਦੇ ਨੇ ਕਿਉਂਕਿ ਪੈਸਾ ਕਮਾਉਣਾ ਹੁੰਦਾ। ਔਰ ਉਹ ਜਿਹੜਾ ਕਲਚਰ ਹੁੰਦਾ ਉਸ ਦੇ ਵਿੱਚ ਕਿਤੇ ਨਾ ਕਿਤੇ ਇੱਕ ਡੇ ਟੂ ਡੇ ਰੂਟੀਨ ਲਾਈਫ ਜਿਹੜੀ ਹੈ ਉਹ ਤੁਹਾਨੂੰ ਇੰਨਾ ਕੁ ਘੇਰ ਲੈਂਦੀ ਹੈ। ਔਰ ਕਈ ਵਾਰ ਤੁਹਾਡੇ ਨਾਲ ਕੁਝ ਇੱਦਾਂ ਦੀਆਂ ਤਰਾਜ਼ਦੀਆਂ ਵੀ ਹੁੰਦੀਆਂ ਜੋ ਅਸੀਂ ਟ੍ਰੇਲਰ ਦੇ ਵਿੱਚ ਦੇਖੀਆਂ, ਹੈ ਨਾ। ਸੋ ਤੁਹਾਡੇ ਨਾਲ ਬੈਡ ਜਿਹੜਾ ਬਿਹੇਵ ਵੀ ਹੁੰਦਾ। ਸੋ ਹਜੇ ਤੁਹਾਡੇ ਕੈਰੈਕਟਰ ਦੀ ਹੀ ਗੱਲ ਚੱਲ ਰਹੀ ਹੈ, ਸੋ ਤੁਹਾਡੇ ਕੈਰੈਕਟਰ ਨਾਲ ਤੁਸੀਂ ਕਾਫੀ ਨਜ਼ਦੀਕ ਤੋਂ ਦਿਖਾਇਆ। ਸੋ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਫਿਲਮ ਦੇ ਨਾਲ, ਸਕ੍ਰਿਪਟ ਦੇ ਨਾਲ, ਔਰ ਖਾਸ ਤੌਰ ਦੇ ਉੱਤੇ ਜਦੋਂ ਫਿਲਮ ਦੇ ਵਿੱਚ ਅਸੀਂ ਇੱਦਾਂ ਦੇ ਸੰਜੀਦਾ ਜਿਹੜੇ ਕਿੱਸੇ ਦੇਖਦੇ ਹਾਂ? ਜੀ ਇਹ ਸਕ੍ਰਿਪਟ ਜਦੋਂ ਮੈਂ ਪੜ੍ਹੀ ਆਈ ਅੰਡਰਸਟੂਡ ਕਿ ਕੈਰੈਕਟਰ ਡਰਿਵਨ ਫਿਲਮ ਹੈ। ਤੁਸੀਂ ਬੇਸਿਕਲੀ ਕੈਰੈਕਟਰ ਨੂੰ ਫੋਲੋ ਕਰ ਰਹੇ ਹੋ ਜਾਂ ਕੈਰੈਕਟਰ ਦੀ ਸਾਈਕੀ ਨੂੰ ਸਮਝ ਰਹੇ ਹੋ ਅਤੇ ਜਿਹੜੇ ਕੈਰੈਕਟਰ ਦੇ ਲਾਈਫ ਵਿੱਚ ਲੋਕ ਆ ਰਹੇ ਨੇ, ਜਿਵੇਂ
ਇੰਗੇਜਮੈਂਟ ਹੁੰਦੀ ਹੈ ਗੀਤੂ ਨਾਲ, ਜਾਂ ਮਾਂ ਪਿਓ ਹੋ ਗਏ ਜਾਂ ਜਿਹੜਾ ਬੌਸ ਹੋ ਗਿਆ। ਸੋ ਕੈਰੈਕਟਰ ਦੀ ਅੱਖਾਂ ਤੋਂ ਵੀ ਕਾਫੀ ਕੁਝ ਦੇਖ ਰਹੇ ਹੋ ਤੁਸੀਂ ਕਿ ਉਹਦੀ ਥਾਟ ਪ੍ਰੋਸੈਸ ਟੂ ਦੈਟ ਪਰਸਨ ਕੀ ਹੈਗੀ ਹੈ, ਠੀਕ ਹੈ ਜੀ। ਸੋ ਇਹ ਮਤਲਬ ਦੈਟ ਵਾਜ਼ ਅ ਥਿੰਗ ਫॉर ਅਸ, ਇਟ ਵਾਜ਼ ਅੰਡਰਸਟੈਂਡਿੰਗ ਹਾਊ ਟੂ ਗੈਟ ਦ ਐਗਜ਼ੈਕਟ ਟੋਨ of what the character needs, ਉਹ ਬਹੁਤ ਜ਼ਰੂਰੀ ਹੋ ਗਿਆ ਸੀ। ਰਾਈਟ, ਹਾਂਜੀ ਹਾਂਜੀ। ਸੋ ਏਕਤਾ ਜੀ ਦਾ ਕੈਰੈਕਟਰ ਇੰਗੇਜਮੈਂਟ ਹੁੰਦੀ ਹੈ, ਸੋ ਉੱਥੇ ਮਤਲਬ ਜ਼ਿਆਦਾ ਕਹਾਣੀ ਦੇ ਵਿੱਚ ਨਹੀਂ ਜਾਂਦੇ ਹੈ ਨਾ। ਸੋ ਮੈਨੂੰ ਐ ਲੱਗ ਰਿਹਾ ਸੀ ਕਿ ਸ਼ਾਇਦ ਇੱਕ ਲਵ ਸਟੋਰੀ ਐਂਗਲ ਹੋਏਗਾ। ਏਕਤਾ ਜੀ ਦਾ ਕੈਰੈਕਟਰ ਕਿੱਦਾਂ ਦਾ ਹੈ? Yes, it is love story only. ਓਕੇ। So any intense film ਦੇ ਵਿੱਚ I think ਇੱਕ ਠੰਡੀ ਹਵਾ ਦਾ ਝੋਂਕਾ is the two of us when we are together, because their relationship starts with the engagement only. Okay. She's an innocent girl, he's an innocent village boy. They don't have that exposure to life, both of them. But now they know that they are together, they can have fun together now. So that's where they do also. There are a couple of scenes that are they are very enjoying the relationship, that now we are open to do this. So yes, there is a love story. ਸੋ ਤੁਹਾਡਾ ਜਿਹੜਾ ਕੈਰੈਕਟਰ ਹੈਗਾ ਉਹ ਕਿੱਦਾਂ ਦੀ ਇੱਕ ਝਲਕ ਪੇਸ਼ ਕਰਦਾ ਹੈ, ਲਾਈਕ ਕਿਉਂਕਿ ਜਿਹੜਾ ਇਹਨਾਂ ਦਾ ਕੈਰੈਕਟਰ ਹੈ ਉਹ ਮੇਨਲੀ ਇਹ ਦਿਖਾ ਰਿਹਾ ਕਿ ਜਿਸ ਤਰੀਕੇ ਦਾ ਉਹ ਸਟਰਗਲ ਹੈ, ਉਹ ਇੰਟਰਨਲ ਸਟਰਗਲ ਵੀ ਹੈ, ਆਊਟਰ ਸਟਰਗਲ ਵੀ ਹੈ, ਲੋਕਾਂ ਦੇ ਵਿੱਚ ਕਿਵੇਂ ਹੈ। ਸੋ ਤੁਹਾਡਾ ਕੈਰੈਕਟਰ ਉਸ ਦੇ ਨਾਲ ਕਿੱਦਾਂ ਦਾ ਹੈ? As in, it's a character driven concept. All of the movie is Geetu is again an independent character. It's not supporting because she has her own, it's a very strong character. Right. ਉਹ ਆਪਣੇ ਆਪ She ਦੇ has ਵਿੱਚ her ਇੱਕ own energy. She has her own point of view, her own struggle, which is not shown but it is revealed in the climax. Right. That she also have been through so much. So, and the way she comes out to be stronger, to be like matured, the way she started very innocently and she ends up being a very matured person who is very stable, who is no more into bachkana things. Right. So that's again a different character with the journey. ਸੋ ਮੇਰਾ ਤੁਹਾਨੂੰ ਵੈਂਪ ਲੁੱਕ ਵਾਲਾ ਕੰਪਲੀਮੈਂਟ ਕਿੱਦਾਂ ਦਾ ਲੱਗਿਆ? ਬੁਰਾ ਤੇ ਨਹੀਂ ਲੱਗਿਆ? No, I think ਉਹਨੂੰ ਦੇਖਣ ਤੋਂ ਅਸੀਂ ਬਾਅਦ ਜਦੋਂ change ਤਾਂ ਮੈਨੂੰ ਚਾਹੀਦਾ ਸੀ। ਕੁਝ ਚੀਜ਼ ਤੇ ਚਾਹੀਦਾ ਸੀ ਹੈ ਨਾ। ਹੁਣ 10 ਜੂਨ ਨੂੰ ਅੱਜ ਗੈਟਅਪ ਹੋਊਗਾ ਨਾ, ਅਲੱਗ ਗੈਟਅਪ ਹੋਊਗਾ ਹੈ ਨਾ। ਕੀ ਬਾਤ ਹੈ, ਅਗਲੀ ਜਗ੍ਹਾ ਤੇ ਜਾਣਗੇ ਅਲੱਗ ਗੈਟਅਪ ਹੋਊਗਾ, ਬਟ ਅਸੀਂ ਡੈਫੀਨੇਟਲੀ ਪਿਕਚਰਸ ਚੈੱਕ ਕਰਾਂਗੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਾ ਕੇ ਕਿ ਉੱਥੇ ਕਿੱਦਾਂ ਦਾ ਲੁੱਕ ਰੱਖਿਆ, ਕਿਉਂਕਿ ਫਿਲਮ ਦੇ ਵਿੱਚ ਬਹੁਤ ਡਿਫਰੈਂਟ ਦਿਖਾਈ ਦੇ ਰਿਹਾ। ਔਰ ਮੇਰੇ ਖਿਆਲ ਨਾਲ ਇੱਕ ਐਕਟਰ ਦੇ ਲਈ ਇਹ ਬੜੀ ਖਾਸ ਚੀਜ਼ ਹੁੰਦੀ ਹੈ ਕਿ ਉਸਦੇ ਕੈਰੈਕਟਰ ਦੇ ਨਾਲ ਉਹ ਫਿਲਮ ਦੇ ਵਿੱਚ ਪਹਿਚਾਨਿਆ ਜਾਵੇ। ਜਿੱਦਾਂ ਕਿ ਮੈਂ 10 ਜੂਨ ਨੂੰ ਇਹ ਫਿਲਮ ਜਿਹੜੀ ਹੈ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ, ਉਸ ਤੋਂ ਪਹਿਲਾਂ ਬਹੁਤ ਸਾਰੇ ਫਿਲਮ ਫੈਸਟੀਵਲਸ ਦੇ ਵਿੱਚ ਦਿਖਾਈ ਜਾ ਚੁੱਕੀ ਹੈ ਔਰ ਬਹੁਤ ਇਸ ਦੇ ਬਾਰੇ ਡਿਸਕਸ ਹੋ ਚੁੱਕਿਆ ਫਿਲਮ ਦੇ ਟੌਪਿਕ ਨੂੰ ਲੈ ਕੇ, ਕੈਰੈਕਟਰਸ ਨੂੰ ਲੈ ਕੇ ਔਰ ਸਟੋਰੀ ਲਾਈਨ ਨੂੰ ਲੈ ਕੇ। ਔਰ ਇੱਕ ਕਹਿ ਲਓ ਕਿ ਇੱਕ ਵੱਖਰਾ ਸਿਨੇਮਾ ਜੋ ਅਸੀਂ ਹਮੇਸ਼ਾ ਕਈ ਵਾਰ ਬੋਲਦੇ ਨੇ, ਬਹੁਤ ਸਾਰੇ ਫਿਲਮ ਮੇਕਰਸ ਬੋਲਦੇ ਨੇ ਜਾਂ ਬਹੁਤ ਸਾਰੀ ਆਡੀਅנס ਡਿਮਾਂਡ ਕਰਦੀ ਹੈ ਕਿ ਕੁਝ ਵੱਖਰਾ ਸਿਨੇਮਾ ਹੋਵੇ। ਸੋ ਇਹ ਉਹ ਵੱਖਰਾ ਸਿਨੇਮਾ ਹੈਗਾ ਜਿਹੜਾ ਤੁਹਾਨੂੰ ਵੱਖਰਾ ਲੱਗਣ ਦੇ ਨਾਲ ਨਾਲ ਵੱਖਰਾ ਨਹੀਂ ਵੀ ਲੱਗੂਗਾ, ਤੁਹਾਨੂੰ ਆਪਣਾ ਲੱਗੂਗਾ ਕਿ ਸਾਡੀ ਗੱਲ ਹੋ ਰਹੀ ਹੈ। ਹਾਂਜੀ ਹਾਂਜੀ, ਬਿਕੋਜ਼ ਹੈ ਤਾਂ ਗੱਲ ਜਿਵੇਂ ਤੁਸੀਂ ਕਿਹਾ, ਇਹ ਜੇ ਪੰਜਾਬੀਆਂ ਦੀ ਗੱਲ ਹੈਗੀ ਹੈ ਨਾ ਜੀ, ਇਹ ਪੰਜਾਬੀ ਐਕਸਪੀਰੀਅੰਸ ਕਰ ਰਹੇ ਇਸ ਟਾਈਮ ਤੇ। ਸੋ ਜਿਹੜਾ ਇਹ ਕੈਰੈਕਟਰ ਹੈ ਨਹੀਂ ਕਿ ਮਤਲਬ ਅਸੀਂ ਹਵਾ 'ਚੋਂ ਆ ਗਿਆ, ਇਹ ਬਹੁਤ ਹੀ ਰਿਲੇਟੇਬਲ ਕੈਰੈਕਟਰ ਹੈ। ਹਾਂ, ਕੈਰੈਕਟਰ ਦੀ ਸਾਈਕੀ ਉਹ ਅੱਡ ਚੀਜ਼ ਹੈ, ਬਟ ਜਿਹੜਾ ਕੈਰੈਕਟਰ ਹੈਗਾ ਉਹ ਤਾਂ ਪੰਜਾਬੀ ਹੈਗਾ ਪੂਰਾ, ਮਤਲਬ ਪੰਜਾਬੀ ਕੀ ਐਕਸਪੀਰੀਅੰਸ ਕਰ ਰਹੇ ਨੇ। ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਪੰਜਾਬੀ ਗੱਲ ਕੀਤੀ ਹੈ ਕਿ ਹੁਣ ਪੰਜਾਬ ਦੇ ਉੱਤੇ ਬੇਸਡ ਹੈਗੀ ਹੈ ਸੋ ਫਿਲਮ, ਬਟ ਇਸ ਨੂੰ ਅਗਰ ਕਿਸੇ ਹੋਰ ਸਟੇਟ 'ਚ ਵੀ ਦੇਖੂਗਾ ਤਾਂ ਸ਼ਾਇਦ ਉਹ ਇਹਦੇ ਨਾਲ ਰੈਲੇਵੈਂਟ ਫੀਲ ਕਰੂਗਾ, ਕਿਉਂਕਿ ਉੱਥੋਂ ਵੀ ਹੁਣ ਅਸੀਂ ਹਿਮਾਚਲ 'ਚੋਂ ਦੇਖਦੇ ਹਾਂ ਬਹੁਤ ਸਾਰੇ ਲੋਕੀ ਹੈ ਨਾ, ਚੰਡੀਗੜ੍ਹ ਆਉਂਦੇ ਨੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਾਂਦੇ ਆ, ਯੂਪੀ ਬਿਹਾਰ ਤੋਂ ਅਸੀਂ ਦੇਖਦੇ ਹਾਂ, ਹਾਂਜੀ ਉਹ ਦਿੱਲੀ ਜਾਂਦੇ ਨੇ, ਬੰਬੇ ਜਾਂਦੇ ਆ, ਪੰਜਾਬ 'ਚ ਵੀ ਆਉਂਦੇ ਆ ਈਵਨ। ਸੋ ਜਿਹੜਾ ਤੁਹਾਡਾ ਕੈਰੈਕਟਰ ਹੈ ਉਹ ਬਿਲਕੁਲ ਇੱਕ ਇੰਡੀਪੈਂਡੈਂਟ ਲੜਕੀ ਜਾਂ ਸਟਰੋਂਗ ਲੜਕੀ ਦਾ ਕੈਰੈਕਟਰ ਉਹ ਜਿਹੜਾ ਤੁਸੀਂ ਸ਼ੋਅ ਕਰ ਰਹੇ ਹੋ। ਸੋ ਉਸ ਕੈਰੈਕਟਰ ਨੂੰ ਕਰਦੇ ਹੋਏ ਕੁਝ ਖਾਸ ਤੁਹਾਨੂੰ ਚੈਲੰਜ ਲੱਗਿਆ ਜਾਂ ਤੁਹਾਡੀ ਲਰਨਿੰਗ, ਕਿਉਂਕਿ ਜਦੋਂ ਅਸੀਂ ਇੱਦਾਂ ਦੇ ਕਿਰਦਾਰ ਕਰਦੇ ਹਾਂ ਤਾਂ ਸ਼ਾਇਦ ਅਸੀਂ ਉਸ ਕਿਰਦਾਰ ਤੋਂ ਵੀ ਬੜਾ ਕੁਝ ਸਿੱਖਦੇ ਹਾਂ। ਯੈਸ ਆਫ ਕੋਰਸ, ਵੈਸੇ ਵੀ ਮੈਂ ਥੀਏਟਰ ਐਕਟਰ ਹਾਂ, ਮੇਰੇ ਲਈ ਬਹੁਤ ਇੱਕ ਆਈ ਕੈਂਡੀ ਵਾਲਾ ਕੰਮ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਆਈ ਆਲਵੇਜ਼ ਲਵ ਟੂ, ਮੇਰੇ ਲਈ ਹਰ ਇੱਕ ਪ੍ਰੋਜੈਕਟ ਇੱਦਾਂ ਹੀ ਹੁੰਦਾ ਜਿਵੇਂ ਮੇਰਾ ਅੱਜ ਹੀ ਸ਼ੁਰੂ ਹੋਇਆ, ਲੈਟ ਇਟ ਬੀ ਅ ਥੀਏਟਰ ਪਲੇ ਔਰ ਲੈਟ ਇਟ ਬੀ ਅ ਫਿਲਮ। ਮੇਰੇ ਖਿਆਲ 'ਚ ਮੈਂ ਹੁਣ ਤੱਕ ਜਿੰਨੀਆਂ ਵੀ ਪ੍ਰੋਜੈਕਟਸ ਕੀਤੇ ਸਭ 'ਚ ਇਵੇਂ ਹੀ ਕੀਤਾ ਕਿ ਮੈਂ ਉਸ ਕੈਰੈਕਟਰ ਦੇ ਨੇੜੇ ਤੇੜੇ ਵੀ ਨਹੀਂ ਆ। ਸੋ ਜਦੋਂ ਤੁਸੀਂ ਕਿਸੇ ਚੀਜ਼ ਦੇ ਨੇੜੇ ਤੇੜੇ ਨਹੀਂ ਔਰ ਉਹਨੂੰ ਜੀ ਰਹੇ ਹੋ ਤਾਂ ਓਬਵੀਅਸਲੀ ਤੁਸੀਂ ਸਿੱਖਦੇ ਔਰ ਫੀਲ ਬਹੁਤ ਕਰਦੇ ਹੋ। ਸੋ ਆਈ ਵੁੱਡ ਰਿਲੇਟ। ਸੋ ਕੋਈ ਇੱਕ ਖਾਸ ਚੀਜ਼ ਜੋ ਤੁਹਾਨੂੰ ਲੱਗੀ ਕਿ ਉਹ ਕੈਰੈਕਟਰ ਜੋ ਉਹ ਤੁਹਾਨੂੰ ਸਿਖਾਉਂਦਾ, ਜਾਂ ਫਿਰ ਉਹ ਆਡੀਅנס ਜਦੋਂ ਉਸ ਨੂੰ ਦੇਖੇਗੀ ਤਾਂ ਉਸ ਤੋਂ ਕੁਝ ਸਿੱਖ ਸਮਝ ਪਾਏਗੀ?
ਯੈਸ ਕੈਰੈਕਟਰ ਆਈ ਥਿੰਕ ਫੀਮੇਲ ਨੂੰ ਬਹੁਤ ਘੱਟ ਪੋਰਟਰੇ ਕੀਤਾ ਜਾਂਦਾ ਹੈ ਆਲਦੋ ਵਰਲਡ ਲੈਵਲ ਤੇ ਤਾਂ ਹੁਣ ਸਿਨੇਮਾ ਇਜ਼ ਪੋਰਟਰੇਇੰਗ that much ਬਟ ਹਾਂ ਇਸ ਫਿਲਮ ਦੇ ਵਿੱਚ ਵੀ ਫੀਮੇਲ ਦੀ ਉਹ ਜਸਟੀਫਿਕੇਸ਼ਨ ਹੋਈ ਹੈ ਇਸ ਕੈਰੈਕਟਰ ਨਾਲ ਕਿ what she goes through and how she feels and how could she react. She could only not be a happy ending thing always. She could also get some other mood out of the circumstances. So I think that's a strong thing about this female character in this film. She's not just that कि she's supporting the hero and at end of the day she's waiting for him and she's that bechari thing. She's not that. Neither she's going out of the way. Like my costume says, it's not that. Neither she in the end goes out of the way. She stays in her limits. At the same time, she stays in that society, breaking their norms. ਗ੍ਰੇਟ। ਔਰ ਇਹ ਚੀਜ਼ ਜਿਹੜੀ ਹੈ ਨਾ ਇਹੀ ਖਾਸ ਹੁੰਦੀ ਹੈ ਕਿ ਕੋਈ ਕੈਰੈਕਟਰ ਕੀ ਛਾਪ ਛੱਡ ਕੇ ਜਾ ਰਿਹਾ। ਜਿਵੇਂ ਕਿ ਮੈਂ ਫਿਲਮ ਫੈਸਟੀਵਲਸ ਦੀ ਗੱਲ ਕੀਤੀ, ਸੋ ਕਿਸ ਤਰੀਕੇ ਦਾ ਰਿਸਪੌਂਸ ਉੱਥੋਂ ਆਡੀਅנס ਦਾ ਮਿਲਿਆ? ਕਿਉਂਕਿ ਮੈਂ ਨਾ ਇੱਕ ਸਾਊਥ ਸਿਨੇਮਾ ਦੇ ਕੁਝ ਜਾਣੀ ਮਾਨੀ ਹਸਤੀ ਨੇ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਸੀ, ਉਹ ਕਹਿੰਦੇ ਸੀ ਕਿ ਸਾਨੂੰ ਫਿਲਮ ਤੋਂ ਆਪਣੀ ਤੋਂ ਕੋਈ ਰਿਸਕ ਫੀਲ ਨਹੀਂ ਹੁੰਦਾ ਕਿਉਂਕਿ ਅਸੀਂ ਬਹੁਤ ਸਾਰੇ ਫੈਸਟੀਵਲਸ ਦੇ ਵਿੱਚ ਦਿਖਾਇਆ ਔਰ ਉਸ ਤੋਂ ਬਾਅਦ ਵੀ ਸਾਨੂੰ ਕਦੀ ਐ ਨਹੀਂ ਲੱਗਦਾ ਕਿ ਸਾਡੀ ਫਿਲਮ ਦਾ ਕੰਟੈਂਟ ਵੀਕ ਹੋ ਜਾਏਗਾ ਕਿਉਂਕਿ ਕੰਟੈਂਟ ਆਪਣੇ ਆਪ 'ਚ ਬਹੁਤ ਸਟਰੋਂਗ ਹੈ। ਔਰ ਜੋ ਚੀਜ਼ ਮੈਂ ਇਹਦੇ ਬਾਰੇ ਦੇਖ ਰਿਹਾ ਇਹ ਵੀ ਉਹੀ ਚੀਜ਼ ਜਿਹੜੀ ਹੈ ਫਿਲਮ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਕੰਟੈਂਟ ਇਜ਼ ਵੈਰੀ ਸਟਰੋਂਗ। ਹਾਂਜੀ, 1000 ਵਾਰ ਦੇਖਿਆ ਜਾਵੇ ਕੋਈ ਫਰਕ ਨਹੀਂ ਪਏਗਾ। ਹਾਂਜੀ, ਇਨਫੈਕਟ ਜਿੰਨਾ ਤੁਸੀਂ ਦੇਖੋਗੇ ਉਨੇ ਕੁਐਸਚਨਸ ਆਣਗੇ, ਉਨੇ ਤੁਹਾਡੇ ਥਾਟਸ ਆਣਗੇ। ਸੋ ਕਿਉਂਕਿ ਦ ਵੇ ਦ ਫਿਲਮ ਇਜ਼ ਟ੍ਰੀਟਡ, ਤੁਸੀਂ ਜਿੰਨਾ ਦੇਖੋਗੇ ਇਸ ਫਿਲਮ ਨੂੰ ਜਾਂ ਜੇ ਇੱਕ ਵਾਰੀ ਵੀ ਦੇਖੋਗੇ 3 ਦਿਨ ਬਾਅਦ ਤੁਹਾਨੂੰ ਕੁਐਸਚਨ ਆ ਸਕਦੇ, ਅੱਛਾ ਇਹਦੀ ਗੱਲ ਕਰ ਰਹੇ ਸੀ। ਇਟਸ ਨਾਟ ਲੀਨੀਅਰ ਦ ਫਿਲਮ, ਇੱਕ ਜਿਵੇਂ ਇੱਕ ਲਾਈਨ 'ਚ ਨਹੀਂ ਹੈਗੀ ਹੈ, ਤੁਹਾਡੇ ਥਾਟਸ ਆਉਂਦੇ ਰਹਿਣਗੇ ਕਿ ਕਿੱਥੋਂ ਆ ਰਿਹਾ ਮਤਲਬ what is the director trying to say. right. ਔਰ ਹੁਣ ਮੈਂ ਅਗਰ ਗੱਲ ਕਰਾਂ ਦੋਨਾਂ ਨੂੰ ਮਿਊਚੁਅਲੀ ਪੁੱਛਣਾ ਚਾਹੁੰਦਾ। ਸੋ ਅਸੀਂ ਸੀਰੀਅਸ ਗੱਲਾਂ ਵੀ ਕਾਫੀ ਕੀਤੀਆਂ ਕਿਉਂਕਿ ਸਾਡੀ ਫਿਲਮ ਰੰਜ ਦਾ ਮਤਲਬ ਮੈਂ ਦੱਸਿਆ ਹੀ ਹੈ ਕਿ ਜਿਵੇਂ ਇੱਕ ਇੱਦਾਂ ਦਾ ਕੋਈ ਦੁੱਖ ਜਿਹੜਾ ਤੁਹਾਨੂੰ ਅੰਦਰੋਂ ਹੀ ਅੰਦਰੋਂ ਖਾਂਦਾ। ਸੋ ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿ ਰਹੇ ਹਾਂ ਸਲੋ ਬਰਨ, ਹੈ ਨਾ, ਇੰਗਲਿਸ਼ ਦੇ ਵਿੱਚ ਟਾਈਟਲ ਸਲੋ ਬਰਨ ਹੈ। ਸੋ ਜਿਹੜੀ ਚੀਜ਼ ਸਾਨੂੰ ਅੰਦਰੋਂ ਖਾ ਜਾਂਦੀ ਹੈ, ਪਰ ਇਹ ਤਾਂ ਚਲੋ ਹੋ ਗਿਆ ਸੰਜੀਦਾ ਟੌਪਿਕ, ਤੇ ਤੁਸੀਂ ਥੀਏਟਰ ਦੇ ਵਿੱਚ ਇੰਜੋਏ ਵੀ ਕਰ ਸਕਦੇ ਹੋ। 10 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਸੋ ਉਹਨੂੰ ਜਾ ਕੇ ਦੇਖੋ, ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਔਰ ਇੱਕ ਇੱਦਾਂ ਦੀ ਜਰਨੀ ਹੋਏਗੀ ਜਿਵੇਂ ਅਸੀਂ ਖੁਦ ਰੋਲਰ ਕੋਸਟਰ ਦੇ ਵਿੱਚ ਬੈਠੇ ਹਾਂ, ਜਦੋਂ ਅਸੀਂ ਖੁਦ ਫੀਲ ਕਰ ਰਹੇ ਹਾਂ ਕਿ ਵਾਟ ਇਜ਼ ਦ ਪੇਨ ਐਂਡ ਐਵਰੀਥਿੰਗ। ਸੋ ਤੁਹਾਡਾ ਇਸ ਫਿਲਮ ਨੂੰ ਸ਼ੂਟ ਕਰਦੇ ਸਮੇਂ ਕੁਝ ਮਜ਼ੇਦਾਰ ਕਿੱਸਾ ਵੀ ਰਿਹਾ, ਕੁਝ ਫਨ ਵੀ ਰਿਹਾ, ਜਾਂ ਸੀਰੀਅਸ ਹੀ ਚੱਲ ਰਿਹਾ ਸੀ ਸਭ? ਨਹੀਂ ਜੀ, ਮਜ਼ੇਦਾਰ ਵੀ ਚੱਲ ਰਿਹਾ ਸੀ, ਬਟ ਓਬਵੀਅਸਲੀ ਸ਼ੂਟਿੰਗ ਦਾ ਟਾਈਮ ਐ ਨਹੀਂ ਸੀ ਕਿ ਸਾਰੇ ਸੀਰੀਅਸ ਸੀਗੇ। ਇਟ ਇਜ਼ ਜਸਟ ਦੈਟ ਸ਼ੀ ਹੈਡ ਟੂ ਬੀ ਇਨ ਕੈਰੈਕਟਰ, ਆਈ ਹੈਡ ਟੂ ਬੀ ਇਨ ਕੈਰੈਕਟਰ, ਬਟ ਓਬਵੀਅਸਲੀ ਅਸੀਂ ਕੈਰੈਕਟਰ ਤੋਂ ਬਾਹਰ ਆ ਕੇ ਨੋਰਮਲੀ ਵੀ ਸਾਰੇ ਨਾਲ ਹੱਸ ਖੇਡ ਤਾਂ ਰਹੀ ਸੀ, ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਸੀ। ਬਟ ਦੇਰ ਵਰ ਲੋਟਸ ਆਫ ਸਿਚੁਏਸ਼ਨ ਜੀ। ਇੱਕ ਵਾਰੀ ਬਹੁਤ ਲੰਬਾ ਸ਼ੂਟ ਚੱਲਿਆ ਅਤੇ ਇਹ ਪਿੰਡ ਦੀ ਗੱਲ ਹੈਗੀ ਹੈ ਤੇ ਜੀ ਕਿਉਂਕਿ ਅਸੀਂ ਨਾ ਉਹਦੇ ਬਾਅਦ ਲੋਕੇਸ਼ਨ ਬਦਲਣੀ ਸੀ, ਦਿੱਲੀ ਜਾਣਾ ਸੀ 2 ਮਹੀਨਿਆਂ ਬਾਅਦ। ਸੋ ਇਹ ਲਾਸਟ ਡੇ ਸੀਗਾ, ਪੈਕਅਪ ਕਰਨਾ ਸੀ। I mean we shot another day after that because ਕਰਨਾ ਪਿਆ ਕਿਉਂਕਿ ਅਸੀਂ ਸੋਚਿਆ ਕਿ ਉਸ ਦਿਨ ਮੁਕਾ ਦਾਂਗੇ। ਚਲੋ ਜੀ 12 ਘੰਟੇ ਹੋ ਗਏ ਜੀ, 16 ਘੰਟੇ ਹੋ ਗਏ, ਮੈਂ ਤਾਂ ਸਟੈਂਡ ਬਾਏ 'ਤੇ ਹੀ ਸੀਗਾ। ਠੀਕ ਹੈ, ਇਹਦਾ ਸੀਨ ਚੱਲ ਰਿਹਾ ਸੀ। ਠੀਕ ਹੈ, ਅਤੇ ਇੱਕ ਟਾਈਮ ਆਇਆ ਅਤੇ ਮੈਂ ਆਇਆ ਸੈੱਟ 'ਤੇ ਅਤੇ ਸਾਰੇ ਖੜੇ ਸੁੱਤੇ ਹੈ। ਅੱਛਾ, ਖੜੇ ਸੁੱਤੇ ਹੈ? ਹਾਂ, ਮਤਲਬ ਮੈਂ ਪਹੁੰਚਿਆ। ਇੱਧਰ ਐਕਸਪ੍ਰੈਸ਼ਨ ਦਿਖਾਓ ਜਰਾ। ਮੈਨੂੰ ਲੱਗਦਾ ਉਹ ਖੜੇ ਜਿਹੜੇ ਸੁੱਤੇ ਸੀ ਉਹਨਾਂ 'ਚ ਇੱਕ ਇਹ ਵੀ ਸੀ। I was the shooting na. I was the only one ਸ਼ੂਟ ਕਰ ਰਹੇ ਸੀ। ਕੋਈ ਲੋਕ ਜਿਵੇਂ ਲਾਈਕ ਨਾਲ ਜਿਹੜੇ ਪ੍ਰੋਡਕਸ਼ਨ ਵਾਲੇ ਖੜੇ ਵੇਟ ਕਰਦੇ ਖੜੇ ਸੁੱਤੇ ਪਏ ਹੈ। Them on mobile that they were all sleeping stand up. In fact, Sunit sir once did that. Sunit sir was behind the camera and he was like doing this and he was having his hand on the stand. So it went like this and it said, sir, is it okay? DOP was saying, sir, is it okay? So Sunit sir, okay. Sir, how come it be okay? It's just shivering. ਤੇ ਸਵੇਰ ਦੇ 4-5 ਵੱਜ ਗਏ ਸੀ। ਠੀਕ ਹੈ, ਫਿਰ ਅਸੀਂ ਕਿਹਾ ਨਹੀਂ ਜੀ ਇਹ ਨਹੀਂ ਮੁੱਕਣਾ ਸੀਨ। ਠੀਕ ਹੈ, ਇਹ ਫਿਰ ਅਸੀਂ ਅਗਲੇ ਦਿਨ ਫਿਰ ਇੱਕ ਦਿਨ ਐਕਸਟੈਂਡ ਕੀਤਾ ਐਂਡ ਦੈਨ ਵੀ ਸ਼ਾਟ ਦ ਸੀਨ। ਹਾਂਜੀ, ਮਤਲਬ ਜਿਹੜੀ ਫਿਲਮ ਹੈਗੀ ਉਹ ਕਿੰਨੀ ਮਿਹਨਤ ਨਾਲ ਬਣਦੀ ਹੈ, ਸੋ ਇੱਥੇ ਉਹ ਪਤਾ ਚੱਲਦਾ। ਐਂਡ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਔਰ ਆਈ ਹੋਪ ਕਿ 10 ਤਰੀਕ ਨੂੰ ਜਦੋਂ ਦਰਸ਼ਕ ਇਸ ਫਿਲਮ ਨੂੰ ਦੇਖਣਗੇ ਉਹ ਵੀ ਆਪਣੇ ਫੀਡਬੈਕਸ ਦੇਣਗੇ। ਉਹ ਡੈਫੀਨੇਟਲੀ ਜਿਹੜੇ ਵੀ ਫੈਸਟੀਵਲਸ ਦੇ ਵਿੱਚ ਫਿਲਮ ਦਿਖਾਈ ਗਈ ਹੈ ਉੱਥੋਂ ਜੋ ਰਿਸਪੌਂਸ ਮਿਲਿਆ, ਸੋ ਕੋਈ ਬਿਗੇਸਟ ਕੰਪਲੀਮੈਂਟ ਤੁਹਾਨੂੰ ਹੁਣ ਤੱਕ ਜਿਹੜਾ ਲੱਗਿਆ ਹੋਵੇ ਕਿ ਦਿਸ ਇਜ਼ ਦ ਥਿੰਗ ਜੋ ਮੈਂ ਸੁਣਨਾ ਚਾਹੁੰਦਾ ਸੀ ਫਿਲਮ ਦੇ ਬਾਰੇ, ਤੇ ਤੁਹਾਨੂੰ ਸੁਣਨ ਨੂੰ ਮਿਲਿਆ ਜੋ ਤੁਸੀਂ ਫੈਸਟੀਵਲਸ ਦੇ ਵਿੱਚ ਫਿਲਮ ਸ਼ੋਅ ਕੀਤੀ? ਜਸਟ ਦੈਟ ਜੀ, that the cinema that we try to make, बस people appreciated that। हाँ जी,
for us that was the most important. And ਉਹੀ festivals ਵਿੱਚ ਹੋਇਆ, ਜਿਹੜੇ ਵੀ festival ਗਏ and people once they chose our film and ਜਿਹੜੀਆਂ discussions ਹੋਈਆਂ they enjoyed what they watched. So for us that was, you know, like very nice. I mean that's what we want ਕਿ audience ਨੂੰ ਵੀ ਇਹ film audience ਇਹ film ਨੂੰ ਦੇਖੇ ਤੇ audience ਨੂੰ film ਚੰਗੀ ਲੱਗੇ. ਰਾਈਟ, ਉਹ ਚੰਗੀ ਲੱਗੇ. ਸੋ ਤੁਹਾਡੇ ਲਈ For me, I think Goa Film Festival, we touched the first one. No? First Goa. So they gave an article, a big one, and they mentioned each and every character very. So that was ਪਹਿਲਾਂ in an ਗਈ ਸੀ film bazaar. Film bazaar ਗਈ, and after the film bazaar then it went to the festival. ਤੇ ਉੱਥੇ ਇੱਕ article ਆਇਆ ਸੀ. Yes, so they've like they took the chunks of each and every actor, mine, Nadesh, and they wrote a long article about it, and that was very descriptive about the deep things of the film, technicality of the film, how deep the characters are, and that was really mesmerizing. I was really happy to see that article. ਗ੍ਰੇਟ. ਹੁਣ ਮੇਰੀ ਵੀ ਐਕਸਾਈਟਮੈਂਟ ਵੱਧ ਗਈ ਹੈ. 10 ਜੂਨ ਨੂੰ ਫਿਲਮ ਆ ਰਹੀ ਹੈ, ਸੋ ਪੂਰੀ ਫਿਲਮ ਟ੍ਰੇਲਰ ਦੇਖਿਆ, ਬਹੁਤ ਇੰਜੋਏ ਕੀਤਾ, ਸੋ ਪੂਰੀ ਫਿਲਮ ਇੰਜੋਏ ਕਰਨੀ ਹੈ. 10 ਤਰੀਕ ਨੂੰ ਤੁਹਾਡੇ ਨਜ਼ਦੀਕੀ ਤੇ ਦੂਰ ਵਾਲੇ ਕਿਤੇ ਵੀ ਹੋਵੇ ਪਹੁੰਚ ਜਾਣਾ ਹੈ ਤੇ ਪਹੁੰਚ ਕੇ ਦੇਖਣੀ ਹੈ ਰੰਜ. ਥੈਂਕ ਯੂ ਸੋ ਮਚ. Thank you ਜੀ, thank you. ਥੈਂਕ ਯੂ ਸੋ ਮਚ. Thank you so much.